ਭਾਈ ਮਰਦਾਨਾ ਜੀ, ਜਦੋਂ ਆਪਾਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਤਾਂ ਭਾਈ ਮਰਦਾਨਾ ਜੀ ਦੇ ਕੱਦ ਦਾ ਹੋਰ ਕੋਈ ਸਿੱਦਕੀ, ਤਿਆਗੀ, ਹਰ ਔਕੜ ਨੂੰ ਖਿੜੇ ਮੱਥੇ ਚੱਲਣ ਵਾਲਾ, ਬਚਨ ਦਾ ਸੁਰਮਾ, ਵੀਤਰਾਗ ਸੇਵਕ, ਇਤਿਹਾਸ ਦੀ ਕੁੱਖ ਵਿੱਚੋਂ ਪ੍ਰਾਪਤ ਨਹੀਂ ਹੁੰਦਾ। ਭਾਈ ਮਰਦਾਨਾ ਜੀ ਹੀ ਇੱਕ ਐਸੇ ਭਾਗਸ਼ੀਲ ਮਰਦ ਸਨ ਜਿਨ੍ਹਾਂ ਨੂੰ ਜੋਤ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਖਰੀ ਸਵਾਸਾ ਤੱਕ ਸੰਗਤ ਕਰਨ ਦਾ ਹੁਕਮ ਮੰਨਣ ਦਾ ਅਤੇ ਪਰਛਾਵੇਂ ਵਾਂਗ ਨਾਲ ਨਿਭਣ ਦਾ ਸੁਭਾਗ ਪ੍ਰਾਪਤ ਹੋਇਆ। ਅਜੇ ਪਰਛਾਵਾਂ ਵੀ ਅੰਧੇਰੇ ਵਿੱਚ ਸਾਥ ਛੱਡ ਜਾਂਦਾ ਹੈ, ਪਰ ਭਾਈ ਮਰਦਾਨਾ ਜੀ ਨੇ ਜਗਤ ਜਲੰਦੇ ਨੂੰ ਸ਼ਾਂਤੀ ਦੇਣ ਵਾਲੇ ਦਾਤਾਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਹਰ ਔਖ ਸੌਖ ਵਿੱਚ, ਗਰਮੀ, ਸਰਦੀ, ਮੀਂਹ, ਹਨੇਰੀ ਵਿੱਚ, ਮੈਦਾਨਾਂ, ਜੰਗਲਾਂ, ਪਹਾੜਾਂ, ਉਦਿਆਨ ਬਿਆਬਾਨਾਂ ਵਿੱਚ ਭਰਮਣ ਕਰਕੇ ਠੱਗਾਂ, ਚੋਰਾਂ, ਮਾਨਸ ਖਾਣਿਆਂ ਨੂੰ ਸਹੀ ਰਸਤਾ ਦਰਸਾਉਣ ਲਈ ਨਿਡਰ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਥ ਦਿੱਤਾ। ਮੰਤਰੀ, ਜੰਤਰੀ, ਹਠੀਆਂ, ਤੱਪਿਆਂ ਦੇ ਵਾਰ ਸਰਾਪਾਂ ਦੇ ਵਾਰ ਚੱਲੇ, ਰਾਜਿਆਂ, ਨਵਾਬਾਂ ਦੇ ਕਹਿਰ ਚੱਲੇ, ਧਰਮ ਦੇ ਕੱਟੜ ਪੰਥੀਆਂ ਅਤੇ ਜਾਤ ਅਭਿਮਾਨੀਆਂ ਦੀਆਂ ਫਿਟਕਾਰਾਂ ਸਹਾਰੀਆਂ। ਪਰਿਵਾਰ ਦਾ ਮੋਹ ਤਿਆਗ ਕੇ ਦਿਨ ਕਿਤੇ, ਕਿਤੇ ਰਾਤ, ਬਿਨ ਬਿਸਤਰ ਨੀਲੇ ਅਸਮਾਨ ਦੀਆਂ ਛੱਤਾਂ ਹੇਠ ਸਮਾਂ ਗੁਜ਼ਾਰਿਆ। ਸਾਰੀ ਉਮਰ ਪੈਦਲ ਤੁਰ ਕੇ ਭੁੱਖ ਤੇ ਸਹਾਰ ਕੇ ਜਗਤ ਜਲੰਦੇ ਨੂੰ ਸ਼ਾਂਤੀ ਪ੍ਰਦਾਨ ਕਰਨ ਦੇ ਭਾਈਵਾਲ ਬਣੇ। ਭਾਈ ਮਰਦਾਨਾ ਜੀ ਨੂੰ ਸਾਰੀ ਆਯੂ ਤੁਰ ਕੇ ਬਾਣੀ ਆਪ ਸਰਵਣ ਕਰਨ ਅਤੇ ਸਰਵਣ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਮਰਦਾਨਾ ਜੀ ਰਾਗ ਵਿਦਿਆ ਵਿੱਚ ਖੁਦ ਆਪ ਹੀ ਪ੍ਰਬੀਨ ਨਹੀਂ ਸਨ, ਸਗੋਂ ਰਾਗ ਵਿਦਿਆ ਦੇ ਪੂਰਨ ਉਸਤਾਦ ਸਨ। ਜਗਤ ਪ੍ਰਸਿੱਧ ਗਾਇਕ ਤਾਨਸੈਨ ਦੇ ਗੁਰੂ ਹਰਦਾਸ ਜੀ ਭਾਈ ਮਰਦਾਨਾ ਜੀ ਦੇ ਸ਼ਾਗਿਰਦ ਸਨ। ਆਪ ਜੀ ਦੀ ਪ੍ਰਸਿੱਧ ਰਬਾਬੀ ਕਲਾ ਪਰਥਾਈ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਵਿੱਚ ਸੰਕੇਤ ਦਿੱਤਾ ਹੈ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਤਥਾ ਭਲਾ ਰਬਾਬ ਬਜਾਏ ਦਾ ਮਰਦਾਨਾ ਮਿਰਾਸੀ। ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਉਦਾਰ ਲਈ ਬਾਣੀ ਉਪਦੇਸ਼ ਉਚਾਰਨ ਕਰਨਾ ਹੁੰਦਾ, ਆਪ ਜੀ ਮਰਦਾਨੇ ਨੂੰ ਸੰਬੋਧਨ ਕਰਕੇ ਕਹਿੰਦੇ, ਮਰਦਾਨਿਆ ਰਬਾਬ ਛੇੜ ਬਾਣੀ ਆਈ ਆ। ਜਦੋਂ ਵੀ ਧੰਨ ਗੁਰੂ ਨਾਨਕ ਸਾਹਿਬ ਆਪਣੀ ਮੌਜ ਵਿੱਚ ਜੁੜੇ ਹੁੰਦੇ ਤਦ ਵੀ ਮਰਦਾਨੇ ਨੂੰ ਸੰਬੋਧਨ ਕਰਕੇ ਕਹਿੰਦੇ, ਮਰਦਾਨਿਆ ਰਬਾਬ ਛੇੜ, ਕਾਈ ਸਿਫਤ ਖੁਦਾਏ ਦੇ ਦੀਦਾਰ ਦੀ ਕਰੀਏ। ਮਰਦਾਨਾ ਰਬਾਬ ਵਜਾਉਂਦਾ, ਸਤਿਗੁਰੂ ਨਾਨਕ ਪਾਤਸ਼ਾਹ ਆਪਣੇ ਮੁਖਾਰਬਿੰਦ ਵਿੱਚੋਂ ਪ੍ਰਭੂ ਕੀਰਤੀ ਰੱਬੀ ਬਾਣੀ ਦੁਆਰਾ ਕਰਦੇ। ਐਸੇ ਸੁਭਾਗੇ ਸਮੇਂ ਜਿਹਦੇ ਕੰਨੀ ਵੀ ਕੀਰਤਨ ਦੀਆਂ ਧੁਨਾਂ ਪੈਂਦੀਆਂ, ਉਹ ਪੱਥਰ ਦਿਲ ਵੀ ਪ੍ਰਭੂ ਪਿਆਰ ਵਿੱਚ ਭਿੱਜ ਕੇ ਦਰਬ ਜਾਂਦਾ, ਪਸ਼ੂ ਪੰਛੀ ਵੀ ਆਪਾ ਭੁੱਲ ਕੇ ਆਪਣਾ ਸੁਭਾਅ ਤਿਆਗ ਦਿੰਦੇ। ਐਸੇ ਮਹਾਨ ਪੁਰਸ਼ ਮਰਦਾਂ ਦੇ ਮਰਦ ਭਾਈ ਮਰਦਾਨਾ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ ਵਿੱਚ ਮਾਤਾ ਲੱਖੋ ਦੀ ਕੁੱਖੋਂ ਭਾਈ ਬਦਰੇ ਜੀ ਦੇ ਗ੍ਰਹਿ 1459 ਈਸਵੀ ਦੇ ਸੁਭਾਗੇ ਦਿਹਾੜੇ ਹੋਇਆ। ਆਪ ਦੇ ਮਾਤਾ ਪਿਤਾ ਨੇ ਆਪ ਦਾ ਨਾਂ ਦਾਨਾ ਰੱਖਿਆ। ਮਰਦਾਨਾ ਜੀ ਦੇ ਜਨਮ ਲੈਣ ਤੋਂ 10 ਸਾਲ ਬਾਅਦ ਇਸੇ ਸੁਭਾਗੇ ਨਗਰ ਵਿੱਚ ਨਿਰੰਜਨੀ ਜੋਤ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ। ਦਾਨਾ ਜੀ ਦਾ ਪਰਿਵਾਰਿਕ ਵਿਰਸਾ ਰਬਾਬੀ ਹੋਣ ਕਰਕੇ ਆਪ ਜੀ ਬਚਪਨ ਵਿੱਚ ਹੀ ਰਾਗ ਵਿਦਿਆ ਵਿੱਚ ਨਿਪੁੰਨਤਾ ਪ੍ਰਾਪਤ ਕਰ ਗਏ ਅਤੇ ਵੱਡੀਆਂ ਮਜਲਿਸਾਂ ਵਿੱਚ ਨਾਮਵਰ ਰਬਾਬੀਆਂ ਵਿੱਚੋਂ ਜਾਣੇ ਗਏ। ਇਤਿਹਾਸ ਵਿੱਚ ਆਉਂਦਾ ਹੈ ਕਿ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਤੋਂ ਬਾਹਰ ਇੱਕ ਬਰਿਛ ਦੀ ਛਾਂ ਹੇਠ ਆਰਾਮ ਕਰ ਰਹੇ ਸਨ। ਆਪ ਜੀ ਦੇ ਕੰਨੀ ਰਬਾਬ ਦੀ ਬੜੀ ਰਸੀਲੀ ਸੁਰ ਪਈ। ਆਪ ਜੀ ਉੱਠੇ ਅਤੇ ਜਿੱਥੋਂ ਰਬਾਬ ਦੇ ਵੱਜਣ ਦੀ ਆਵਾਜ਼ ਆ ਰਹੀ ਸੀ, ਸਿੱਧੇ ਉੱਥੇ ਪੁੱਜੇ। ਕੀ ਵੇਖਿਆ ਕਿ ਇੱਕ ਚੜ੍ਹਦੀ ਜਵਾਨੀ ਵਾਲਾ ਨੌਜਵਾਨ ਬੜੀ ਮਸਤੀ ਵਿੱਚ ਝੂਮ ਕੇ ਰਬਾਬ ਵਜਾ ਕੇ ਗਾ ਰਿਹਾ ਹੈ। ਰਬਾਬ ਵਜਾਉਣ ਵਾਲੇ ਨੌਜਵਾਨ ਨੂੰ ਸਾਹਿਬਾ ਪੁੱਛਿਆ, ਭਾਈ ਤੇਰਾ ਨਾਂ ਕਿਆ ਹੈ? ਰਬਾਬ ਵਜਾਉਣ ਵਾਲੇ ਭਲੇ ਪੁਰਸ਼ ਨੇ ਉੱਤਰ ਦਿੱਤਾ, ਜੀ ਮੇਰਾ ਨਾਮ ਦਾਨਾ ਹੈ। ਸਾਨੂੰ ਲੋਕ ਮਿਰਾਸੀ ਕਹਿੰਦੇ ਹਨ। ਸਤਿਗੁਰੂ ਜੀ ਨੇ ਦਾਨੇ ਨੂੰ ਕਿਹਾ, ਤੂੰ ਰਬਾਬ ਭਲਾ ਵਜਾਉਂਦਾ ਹੈ, ਤੈਨੂੰ ਰਾਗਾਂ ਦੀ ਭਲੀ ਸੋਝੀ ਹੈ। ਹੇ ਦਾਨਿਆ, ਜੇ ਤੂੰ ਸਾਡੀ ਸੰਗਤ ਕਰੇ ਅਤੇ ਰਾਗ ਵਿੱਚ ਸ਼ਬਦ ਨੂੰ ਪਾਏ ਕੇ ਗਾਵੇਂ ਤਾਂ ਤੇਰਾ ਦੀਨ ਦੁਨੀ ਵਿੱਚ ਉਧਾਰ ਕਰੀਏ। ਦਾਨੇ ਅੱਗੋਂ ਉੱਤਰ ਦਿੱਤਾ, ਜੀ ਅਸੀਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ 4 ਪੈਸੇ ਲਿਆਉਂਦੇ ਹਾਂ। ਉਹਨਾਂ ਪੈਸਿਆਂ ਨਾਲ ਆਪਣੇ ਧੀਆਂ ਪੁੱਤਰਾਂ ਪਰਿਵਾਰ ਦਾ ਨਿਰਵਾਹ ਕਰਦੇ ਹਾਂ। ਜੇ ਅਸੀਂ ਤੇਰੇ ਨਾਲ ਲੱਗਾਂਗੇ ਤਾਂ ਜੋ ਕੁਟੁੰਬੀ ਹੈ, ਜੋ ਸਭ ਭੁੱਖ ਨਾਲ ਦੁਖੀ ਹੋ ਕੇ ਮਰ ਜਾਣਗੇ ਅਤੇ ਭੁੱਖਿਆ ਨਮਾਜ਼ ਰੋਜ਼ਾ ਵੀ ਨਹੀਂ ਹੋਵੇਗਾ।
ਦੀਨ ਅਤੇ ਦੁਨੀ ਸਾਡੇ ਐਵੇਂ ਵਿਅਰਥ ਜਾਣਗੇ। ਤੁਸੀਂ ਉਦਾਰ ਕਿਸ ਤਰ੍ਹਾਂ ਕਰੋਗੇ? ਸਾਹਿਬਾ ਬਚਨ ਕੀਤਾ, ਦਾਨੀਆਂ ਤੂੰ ਦੀਵਾਨਾ ਹੋਇਆ ਹੈ, ਸਭ ਦੀ ਪਾਲਣਾ ਈਸ਼ਵਰ ਕਰਦਾ ਹੈ। ਨਮਾਜ਼ ਅਤੇ ਰੋਜ਼ਾ ਖੁਦਾ ਦੇ ਘਰੋਂ ਬਖਸ਼ਿਸ਼ ਹੈ। ਖੁਦਾ ਦਾ ਘਰ ਮਹਾਂਪੁਰਖਾਂ ਦਾ ਹਿਰਦਾ ਹੈ। ਜਦ ਲੇਖਾ ਹੋਵੇਗਾ ਤਾਂ ਕੁਟੁੰਬ ਦੇ ਕਿਸੇ ਜੀਅ ਨੇ ਹਾਮੀ ਨਹੀਂ ਭਰਨੀ। ਤੂੰ ਮਰਦਾਨਾ ਬਣ, ਸਾਡੇ ਨਾਲ ਚੱਲ ਅਤੇ ਜਗਤ ਉਦਾਰ ਲਈ ਸਾਡਾ ਸਾਥ ਦੇ। ਦਾਨੀ ਨੇ ਸਤਿਗੁਰੂ ਜੀ ਦੇ ਬਚਨ ਨੂੰ ਮੰਨਿਆ ਅਤੇ ਮਰਦਾਨਾ ਬਣ ਕੇ ਆਪ ਜੀ ਦੇ ਨਾਲ ਜਗਤ ਉਦਾਰ ਲਈ ਤੁਰ ਪਿਆ। ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਅਨੁਸਾਰ ਸਤਿਗੁਰੂ ਜੀ ਨੇ ਮਰਦਾਨੇ ਨੂੰ 3 ਉਪਦੇਸ਼ ਦਿੱਤੇ। 1. ਕੇਸ ਨਹੀਂ ਕਟਾਉਣੇ। 2. ਪਿੱਛਲ ਰਾਤੀ ਜਾਗ ਕੇ ਸਤਨਾਮ ਦਾ ਜਾਪ ਕਰਨਾ। 3. ਆਏ ਗਏ ਸਾਧ ਸੰਤ ਲੋੜਵੰਦ ਦੀ ਸੇਵਾ ਕਰਨੀ। ਭਾਈ ਮਰਦਾਨਾ ਜੀ ਨੇ ਆਯੂ ਪ੍ਰਿਯੰਤ ਗੁਰੂ ਬਾਬੇ ਜੀ ਦੇ ਬਚਨਾਂ ਦੀ ਕਮਾਈ ਕੀਤੀ ਅਤੇ ਇਹ ਉਪਦੇਸ਼ ਸੰਗਤਾਂ ਨੂੰ ਵੀ ਦ੍ਰਿੜ ਕਰਵਾਏ। ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਗਤ ਅਤੇ ਬਚਨਾਂ ਦੀ ਕਮਾਈ ਕਰਕੇ ਆਤਮਿਕ ਉੱਚ ਅਵਸਥਾ ਦੇ ਧਾਰਨੀ ਬਣ ਚੁੱਕੇ ਸਨ, ਜਿਸ ਦਾ ਸੰਕੇਤ ਜਨਮ ਸਾਖੀ ਦੇ ਪਿਆਰੇ ਬਚਨਾਂ ਵਿੱਚ ਇਸ ਤਰ੍ਹਾਂ ਲਿਖਿਆ ਮਿਲਦਾ ਹੈ। ਇੱਕ ਸਮੇਂ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪਿਆਰ ਲਾਡ ਲਡਾਉਣ ਦੇ ਬਚਨਾਂ ਰਾਹੀਂ ਕਹਿ ਹੀ ਦਿੱਤਾ, ਬਾਬਾ ਤੇਰਾ ਮੇਰਾ ਬਹੁਤ ਅੰਤਰ ਨਹੀਂ, ਤੂੰ ਖੁਦਾਏ ਦਾ ਡੂਮ ਹਉ ਤੇਰਾ ਡੂਮ, ਤੈ ਖੁਦਾਏ ਪਾਇਆ ਹਉ ਤੁਧ ਨੌ ਪਾਇਆ, ਤੈ ਖੁਦਾਏ ਦੇਖਿਆ ਹੈ ਹਉ ਤੁਧ ਵਿੱਚੋਂ ਖੁਦਾਏ ਦੇ ਦਰਸ਼ਨ ਦੀਦਾਰ ਕੀਤੇ ਹਨ। ਬਾਬਾ ਤੇਰਾ ਕਿਹਾ ਖੁਦਾਏ ਕਰਦਾ ਹੈ। ਮੇਰੀ ਬੇਨਤੀ ਹੈ, ਮੈਨੂੰ ਆਪਣੇ ਨਾਲੋਂ ਵਿਛੋੜਨਾ ਨਹੀਂ, ਨਾ ਇੱਥੇ ਨਾ ਉੱਥੇ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਪਿਆਰ ਭਰੇ ਬਚਨਾਂ ਨਾਲ ਬਖਸ਼ਿਸ਼ਾਂ ਕਰ ਫਰਮਾਇਆ, ਮਰਦਾਨਿਆ ਤੁਧ ਉੱਪਰ ਮੇਰੀ ਖੁਸ਼ੀ ਆਹੀ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਮਰਦਾਨਾ ਜੀ ਨੇ ਪਿਆਰ ਵਿੱਚ ਇੱਕ ਸਮੇਂ ਗੁਰੂ ਨਾਨਕ ਦੇਵ ਜੀ ਨੂੰ ਕਹਿ ਹੀ ਦਿੱਤਾ, ਬਾਬਾ ਤੇਰੀ ਕਾਲ ਬੜੀ ਕਰੜੀ ਹੈ, ਮੇਰੇ ਵਰਗੇ ਤੋਂ ਪੂਰੀ ਨਹੀਂ ਨਿਭਦੀ, ਅਸਾਂ ਨੂੰ ਛੁੱਟੀ ਦੇ, ਮੈਂ ਘਰ ਜਾਵਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਦੇ ਬਚਨ ਸੁਣ ਕੇ ਬਖਸ਼ਿਸ਼ਾਂ ਦੇ ਭੰਡਾਰ ਖੋਲ ਦਿੱਤੇ ਤੇ ਬਚਨ ਕੀਤਾ, ਮਰਦਾਨਿਆ ਤੂੰ ਕਿਵੇਂ ਰਹੇ ਵੀ ਅਸਾਂ ਨਾ। ਤਦ ਮਰਦਾਨੇ ਕਿਹਾ, ਬਾਬਾ ਮੈਂ ਤਾਂ ਹੀ ਤੇਰੇ ਨਾਲ ਰਵਾਂ ਜੇ ਤੂੰ ਮੈਨੂੰ ਆਪਣੇ ਜਿਹਾ ਧੀਰਜ ਦੇਵੇਂ। ਜਿਵੇਂ ਤੁਹਾਨੂੰ ਭੁੱਖ ਤ੍ਰੇਹ ਨਹੀਂ ਵਿਆਪਦੀ, ਤਿਵੇਂ ਮੈਨੂੰ ਵੀ ਭੁੱਖ ਤ੍ਰੇਹ ਨਾ ਸਤਾਵੇ। ਜਿਸ ਅਵਸਥਾ ਵਿੱਚ ਤੁਸੀਂ ਰਹਿੰਦੇ ਹੋ, ਉਸ ਅਵਸਥਾ ਵਿੱਚ ਮੈਨੂੰ ਵੀ ਲੈ ਚੱਲੋ। ਜੇ ਇਹ ਮਿਹਰ ਹੋਵੇ ਤਾਂ ਮੈਂ ਤੁਹਾਡੇ ਨਾਲ ਰਵਾਂ। ਸਤਿਗੁਰੂ ਮਰਦਾਨੇ ਦਾ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਏ ਤੇ ਫਰਮਾਇਆ, ਸ਼ਾਬਾਸ਼ ਮਰਦਾਨਿਆ, ਸ਼ਾਬਾਸ਼ ਤੈਂ ਭਲੀ ਵਸਤੂ ਮੰਗੀ ਹੈ। ਮਰਦਾਨਿਆ ਤੁਧ ਉੱਪਰ ਮੇਰੀ ਖੁਸ਼ੀ ਹੈ, ਜਿੱਥੇ ਤੇਰਾ ਵਾਸਾ ਉੱਥੇ ਮੇਰਾ। ਨਿਹਾਲ ਨਿਹਾਲ ਕਹੇ ਮਰਦਾਨੇ ਨੂੰ ਨਦਰੋਂ ਨਦਰ ਨਿਹਾਲ ਕਰ ਦਿੱਤਾ। ਭਾਈ ਮਰਦਾਨਾ ਜੀ ਦੀ ਦ੍ਰਿਸ਼ਟੀ ਸਰੀਰਕ ਪਕੜ ਤੋਂ ਉੱਪਰ ਉੱਠ ਚੁੱਕੀ ਸੀ। ਆਪ ਸਰੀਰ ਨੂੰ ਮਿੱਟੀ ਜਾਣਨ ਲੱਗ ਪਏ ਸਨ ਅਤੇ ਆਤਮਾ ਨੂੰ ਈਸ਼ਵਰ ਦਾ ਸਾਖੀ ਸੰਸਾਰ ਦਾ ਕਲਿਆਣ ਕਰਦੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਸਮੇਤ ਸ਼ਹਿਰ ਅਫਗਾਨਿਸਤਾਨ ਵਿੱਚ ਪੁੱਜੇ ਅਤੇ ਦਰਿਆ ਕੰਢੇ ਡੇਰਾ ਲਾਇਆ। ਮਰਦਾਨਾ ਜੀ ਦਾ ਅੰਤ ਸਮਾਂ ਨੇੜੇ ਜਾਣ ਕੇ ਸਤਿਗੁਰੂ ਜੀ ਨੇ ਪੁੱਛਿਆ, ਮਰਦਾਨਿਆ ਤੈ ਮਨੁੱਖਤਾ ਦੇ ਕਲਿਆਣ ਵਾਸਤੇ ਬੜੇ ਦੁੱਖ ਝੱਲੇ, ਘਰ ਦਾ ਸਾਥ ਸੰਬੰਧੀਆਂ ਦਾ ਵਿਛੋੜੇ ਦਾ ਸਨ ਆਪਣੇ ਮਨ ਤੇ ਹੰਡਾਇਆ। ਸਾਰੀ ਉਮਰ ਜੰਗਲਾਂ ਬੇਲਿਆਂ ਸ਼ਹਿਰਾਂ ਗਿਰਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਸਾਡਾ ਸਾਥ ਦਿੱਤਾ। ਭੁੱਖ ਤੇ ਮੀਂਹ ਹਨੇਰੀ ਬਿਖੜੇ ਪੈਂਡਿਆਂ ਦਾ ਕਸ਼ਟ ਸਹਾਰ ਕੇ ਜਗਤ ਤਾਰਨ ਦਾ ਭਾਈਵਾਲ ਬਣਿਓ। ਹੁਣ ਤੇਰਾ ਆਖਰੀ ਸਮਾਂ ਆ ਪੁੱਜਾ ਹੈ। ਜੇ ਤੇਰੇ ਮਨ ਦੀ ਕੋਈ ਇੱਛਾ ਹੈ ਤਾਂ ਦੱਸ, ਉਸ ਨੂੰ ਪੂਰੀ ਕਰੀਏ। ਮਰਦਾਨਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਆਪ ਦੀ ਮਿਹਰ ਨਾਲ ਸਭ ਇੱਛਾਵਾਂ ਖਤਮ ਹੋ ਗਈਆਂ ਹਨ। ਮੈਂ ਭਾਗਾ ਵਾਲਾ ਹਾਂ ਜੋ ਆਖਰੀ ਸਵਾਸ ਆਪ ਦੇ ਚਰਨਾਂ ਵਿੱਚ ਪੂਰੀ ਕਰਕੇ ਆਪਣੀ ਜੀਵਨ ਯਾਤਰਾ ਸਮਾਪਤ ਕਰ ਰਿਹਾ ਹਾਂ। ਗੁਰੂ ਨਾਨਕ ਦੇਵ ਜੀ ਨੇ ਮੁੜ ਮਰਦਾਨੇ ਨੂੰ ਸੰਬੋਧਨ ਕਰਕੇ ਪੁੱਛਿਆ, ਮਰਦਾਨਿਆ ਜੇ ਚਾਹਵੇਂ ਤਾਂ ਤੇਰੀ ਦੇਹ ਨੂੰ ਬ੍ਰਾਹਮਣਾਂ ਵਾਂਗੂ ਪਾਣੀ ਵਿੱਚ ਸਿੱਟ ਦੇਈਏ, ਜੇ ਤੇਰੀ ਖਾਹਿਸ਼ ਹੋਵੇ ਤਾਂ ਖੱਤਰੀਆਂ ਵਾਂਗੂ ਸਾੜ ਦੇਈਏ, ਜੇ ਤੇਰੀ ਇੱਛਾ ਹੋਵੇ ਤਾਂ ਵੈਸ਼ ਵਾਂਗ ਹਵਾ ਵਿੱਚ ਸੁਟਵਾ ਦੇਈਏ, ਜੇ ਤੇਰਾ ਚਿੱਤ ਹੋਵੇ ਤਾਂ ਸ਼ੂਦਰਾਂ ਵਾਂਗ ਜ਼ਮੀਨ ਵਿੱਚ ਦਬਵਾ ਦੇਈਏ। ਮਰਦਾਨਾ ਜੀ ਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਉੱਤਰ ਦਿੱਤਾ, ਵਾਹ ਬਾਬਾ ਵਾਹ,
ਅਜੇ ਵੀ ਸਰੀਰਾਂ ਦੇ ਚੱਕਰ ਵਿੱਚ। ਤੁਹਾਡੇ ਉਪਦੇਸ਼ ਅਤੇ ਸੰਗਤ ਕਰਕੇ ਤਾਂ ਦੇਹੀ ਦਾ ਖਿਆਲ ਹੀ ਮੁੱਕ ਗਿਆ ਹੈ। ਮੈਂ ਤਾਂ ਆਪਣੀ ਆਤਮਾ ਨੂੰ ਕੇਵਲ ਆਪਣੇ ਸਰੀਰ ਦਾ ਸਾਥੀ ਸਮਝਦਾ ਹਾਂ। ਜਗਤ ਗੁਰੂ ਬਾਬਾ ਜੀ ਨੇ ਫਿਰ ਮਰਦਾਨੇ ਨੂੰ ਕਿਹਾ, ਮਰਦਾਨਿਆ, ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਪ੍ਰਸਿੱਧ ਕਰੀਏ। ਮਰਦਾਨਾ ਜੀ ਗੰਭੀਰ ਹੋ ਕੇ ਕਿਹਾ, ਬਾਬਾ, ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗਾ ਹਾਂ, ਇਸ ਨੂੰ ਮੁੜ ਪੱਥਰ ਦੀ ਸਮਾਧ ਵਿੱਚ ਕਿਉਂ ਪਾਉਂਦੇ ਹੋ? ਮਰਦਾਨਾ ਜੀ ਦਾ ਉੱਤਰ ਸੁਣ ਕੇ ਸਤਿਗੁਰੂ ਜੀ ਨੇ ਮਰਦਾਨੇ ਨੂੰ ਕੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ ਤੇ ਬਚਨ ਕੀਤਾ, ਤੂੰ ਬ੍ਰਹਮ ਨੂੰ ਪਛਾਣ ਲਿਆ ਹੈ। ਮਰਦਾਨਿਆ, ਤੇਰੇ ਅਤੇ ਮੇਰੇ ਵਿੱਚ ਕੋਈ ਅੰਤਰ ਨਹੀਂ, ਤੂੰ ਬ੍ਰਹਮ ਦਾ ਰੂਪ ਹੋਇਓ। ਆਖਰੀ ਸਵਾਸ ਜਗਤ ਗੁਰੂ ਬਾਬਾ ਜੀ ਦੀ ਗੋਦ ਵਿੱਚ ਪੂਰੇ ਕਰਕੇ ਮਰਦਾਨਾ ਜੀ 1534 ਈਸਵੀ ਨੂੰ ਜਿਉ ਜਲ ਮੈਂ ਜਲ ਆਏ ਖਟਾਨਾ ਤੇਉ ਜੋਤੀ ਸੰਜੋਤ ਸਮਾਨਾ ਦੀ ਅਵਸਥਾ ਨੂੰ ਪ੍ਰਾਪਤ ਕਰ ਗਏ। ਆਪ ਦੀ ਰਬਾਬ ਅਤੇ ਗੁਰੂ ਬਾਬੇ ਦੇ ਸ਼ਬਦ ਬਾਣਾ ਨੇ ਸੰਸਾਰ ਵਿੱਚ ਉਹ ਕਰਾਮਾਤ ਕਰ ਵਿਖਾਈ ਜਿਸ ਦਾ ਬਦਲ ਅਜੇ ਤੱਕ ਸੰਸਾਰ ਵਿੱਚ ਨਹੀਂ ਲੱਭਾ ਅਤੇ ਸ਼ਾਇਦ ਕਦੇ ਲੱਭੇ ਵੀ ਨਾ। ਆਪ ਜੀ ਦਾ ਨਾਂ ਜਗਤ ਗੁਰੂ ਬਾਬਾ ਜੀ ਨੇ ਅਤੇ ਬਾਣੀ ਨਾਲ ਜੁੜਨ ਸਦਕਾ ਸਦਾ ਵਾਸਤੇ ਅਮਰ ਅਤੇ ਅਟਲ ਹੋ ਗਿਆ। ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਦੇ ਇੰਨੇ ਵੱਡੇ ਪਾਤਰ ਬਣ ਚੁੱਕੇ ਸਨ ਕਿ ਉਹ ਹੱਕ ਜੋ ਗੁਰੂ ਦੇਵ ਜੀ ਤੋਂ ਪਿੱਛੋਂ ਕੇਵਲ ਗੁਰੂ ਵਿਅਕਤੀਆਂ ਨੂੰ ਹੀ ਵਰਤਣ ਦਾ ਅਧਿਕਾਰ ਸੀ, ਹੋਰ ਕਿਸੇ ਸਿੱਖ, ਸੇਵਕ, ਸੰਤ, ਭਗਤ, ਸਾਧ ਸੰਬੰਧੀਆਂ ਨੂੰ ਵਰਤਣ ਦੀ ਇਜਾਜ਼ਤ ਨਹੀਂ ਸੀ। ਉਹ ਅਧਿਕਾਰ ਨਾਨਕ ਛਾਪ ਕੇਵਲ ਮਰਦਾਨਾ ਜੀ ਹੀ ਆਪਣੀ ਉਚਾਰਨ ਕੀਤੀ ਬਾਣੀ ਵਿੱਚ ਵਰਤ ਸਕੇ। ਹੋਰ ਕਿਸੇ ਨੂੰ ਇਹ ਮਾਣ, ਇਹ ਵਡਿਆਈ ਪ੍ਰਾਪਤ ਨਹੀਂ ਹੋ ਸਕੀ। ਆਪ ਜੀ ਦੇ 3 ਸਲੋਕ ਬਿਹਾਗਰੇ ਦੀ ਵਾਰ ਵਿੱਚ ਅੰਕਿਤ ਹਨ, ਜਿਨ੍ਹਾਂ ਵਿੱਚ ਆਪ ਜੀ ਨੇ ਕਲਯੁਗ ਨੂੰ ਸ਼ਰਾਬ ਕੱਢਣ ਵਾਲੀ ਮਿੱਟੀ ਲਿਖਿਆ ਹੈ। ਆਪ ਫਰਮਾਉਂਦੇ ਹਨ ਕਿ ਇਸ ਕਲਯੁਗੀ ਸਮੇਂ ਵਿੱਚ ਮਨੁੱਖ ਰਾਮ ਰਸ ਦਾ ਤਿਆਗੀ ਬਣ ਕੇ ਕਾਮ ਰਸ ਵਿੱਚ ਦਿਨ ਰਾਤ ਗਲਤਾਨ ਹੈ। ਜਦੋਂ ਕਾਮ ਰਸ ਦੀ ਪੂਰਤੀ ਨਹੀਂ ਹੁੰਦੀ, ਮਨੁੱਖ ਕ੍ਰੋਧ ਕਰਦਾ ਹੈ। ਝੂਠੇ ਛਿਨ ਪੰਗਰ ਨਸ਼ਿਆਂ ਦਾ ਸੇਵਨ ਕਰਕੇ ਹੰਕਾਰੀ ਬਿਰਤੀ ਵਿੱਚ ਵਿਚਰਦਾ ਹੋਇਆ ਲਾਲਚ ਅਤੇ ਮੋਹ ਵਿੱਚ ਫਸ ਕੇ ਖੁਆਰ ਹੁੰਦਾ ਹੈ ਅਤੇ ਇਤਮਦੀ ਪੀਤੇ ਨਾਨਕਾ ਬਹੁਤੇ ਖਟੀਏ ਵਿਕਾਰ। ਮਨੁੱਖ ਵਿਕਾਰੀ ਬਣ ਕੇ ਤਨ ਅਤੇ ਮਨ ਦੇ ਅਨੇਕਾਂ ਰੋਗ ਸਹੇੜ ਲੈਂਦਾ ਹੈ। ਦੂਸਰੇ ਪਾਸੇ ਗੁਰਮੁਖ ਗੁਰੂ ਅਗਵਾਈ ਵਿੱਚ ਚੱਲ ਕੇ ਇਸ ਸਰੀਰ ਦੇ ਵਸੀਲੇ ਰਾਹੀਂ ਆਪੇ ਦੀ ਪਛਾਣ ਕਰ ਲੈਂਦਾ ਹੈ, ਪਰ ਇਹ ਤਦ ਹੀ ਸੰਭਵ ਹੈ ਜੇ ਚੰਗੇ ਭਾਗਾਂ ਨਾਲ ਸਤਿਸੰਗਤ ਦੀ ਪ੍ਰਾਪਤੀ ਹੋ ਜਾਵੇ। ਸਤਿਸੰਗਤ ਦੀ ਬਰਕਤ ਨਾਲ ਗੁਰੂ ਦਾ ਮਿਲਾਪ ਪ੍ਰਾਪਤ ਹੋ ਕੇ ਮਨੁੱਖ ਗੁਰਸਿੱਖ ਮੀਤ ਚਲੋ ਗੁਰ ਚਾਲੀ ਦਾ ਧਾਰਨੀ ਬਣ ਜਾਵੇ। ਜੇ ਗੁਰੂ ਮਿਹਰ ਨਾਲ ਅਤੇ ਨਾਮ ਜਪ ਦੀ ਬਰਕਤ ਸਦਕਾ ਮਨੁੱਖ ਦੀ ਲਿਵ ਪ੍ਰਭੂ ਨਾਲ ਜੁੜ ਜਾਵੇ, ਸਮਝੋ ਗੱਲ ਰਾਸ ਆ ਜਾਂਦੀ ਹੈ। ਮਨੁੱਖ ਦੇ ਸਾਰੇ ਬੁਰੇ ਕਰਮ ਸਮੇਤ ਵਿਕਾਰਾਂ ਦੇ ਕੱਟੇ ਜਾਂਦੇ ਹਨ। ਮਨੁੱਖ ਸੱਚੇ ਨਾਮ ਵਿੱਚ ਜੁੜ ਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਕਰ ਲੈਂਦਾ ਹੈ। ਆਪ ਦਾ ਫਰਮਾਨ ਹੈ, ਕਾਇਨ ਲਾਹਣ ਆਪੋ ਮਧु ਅੰਮ੍ਰਿਤ ਤਿਸ ਕੀ ਤਾਰ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਬਿਕਾਰ ਤਿਨ। ਮਰਦਾਨਾ 1 ਪੰਨਾ 553। ਭਾਈ ਮਰਦਾਨਾ ਜੀ ਦੀ ਤਰ੍ਹਾਂ ਆਪ ਦੇ ਪਰਿਵਾਰ ਦੀ ਵੀ ਗੁਰੂ ਘਰ ਨਾਲ ਅਨਿਖੜਵੀਂ ਸਾਂਝਾ ਬਣ ਗਈ। ਆਪ ਦੇ 2 ਪੁੱਤਰ ਭਾਈ ਸਜਾਦਾ ਅਤੇ ਭਾਈ ਰਜਾਦਾ ਜੀ ਸਨ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਆਪ ਜੀ ਦੇ ਪੋਤਰੇ ਭਾਈ ਸਾਧੂ ਅਤੇ ਭਾਈ ਬਾਦੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਜ਼ੂਰ ਖਡੂਰ ਸਾਹਿਬ ਵਿਖੇ ਆਸਾ ਦੀ ਵਾਰ ਦੀ ਚੌਕੀ ਲਾਇਆ ਕਰਦੇ ਸਨ। ਉਪਰੰਤ ਆਪ ਜੀ ਵੰਸ਼ ਦੇ ਭਾਈ ਸੱਤਾ ਅਤੇ ਭਾਈ ਬਲਵੰਡ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਕੀਰਤਨ ਦੀ ਚੌਕੀ ਲਾਉਂਦੇ ਸਨ। ਅੱਜ ਕੱਲ ਵੀ ਭਾਈ ਮਰਦਾਨਾ ਜੀ ਦੇ ਖਾਨਦਾਨ ਵਿੱਚੋਂ ਭਾਈ ਲਾਲ ਜੀ ਅਤੇ ਭਾਈ ਸ਼ਾਦ ਜੀ ਪਾਕਿਸਤਾਨ ਨਿਵਾਸੀ ਪੁਰਾਤਨ ਪਰੰਪਰਾਗਤ ਢੰਗ ਕੇ ਤਰੀਕੇ ਨਾਲ ਗੁਰਬਾਣੀ ਕੀਰਤਨ ਸੰਗਤਾਂ ਨੂੰ ਸਰਵਣ ਕਰਵਾ ਕਿ ਗੁਰੂ ਅਸੀਸਾਂ ਪ੍ਰਾਪਤ ਕਰਦੇ ਹੋਏ ਭਾਈ ਮਰਦਾਨਾ ਜੀ ਦਾ ਨਾਮ ਰੋਸ਼ਨ ਕਰ ਰਹੇ ਹਨ। ਜਾ ਕੋ ਮਿਹਰ ਮਿਹਰਵਾਨਾ ਸੋਈ ਮਰਦੂ ਮਰਦਾਨਾ।